ਜਦੋਂ ਮੈਂ ਡਾਕਟਰ ਕੋਲ ਗਿਆ, ਡਾਕਟਰ ਕਹਿੰਦਾ ਤੁਹਾਨੂੰ ਜੀ ਤੁਹਾਡੇ ਪੇਟ 'ਚ ਪਾਣੀ ਹੈ, ਅੱਛਾ ਜੀ। ਜਿਗਰ ਤੁਹਾਡਾ ਖਰਾਬ ਹੋ ਗਿਆ ਹੈ, ਅੱਛਾ ਜੀ। ਹੈਪੇਟਾਈਟਸ ਸੀ ਵੀ ਹੈ, ਠੀਕ ਹੈ। ਜਾਂ ਗੁਰਦੇ ਵੀ ਤੁਹਾਡੇ ਖਰਾਬ ਹੈ, ਠੀਕ ਹੈ। ਫੇਫੜੇ ਵੀ ਤੁਹਾਡੇ ਖਰਾਬ ਹੋ ਗਏ। ਅੱਛਾ ਜੀ। ਫਿਰ ਮੈਂ ਇੱਥੋਂ ਲਾਹੌਰ ਗਿਆ, ਲਾਹੌਰੋਂ ਇਲਾਜ ਕਰਾਇਆ, ਉਹਨਾਂ ਨੇ ਜਵਾਬ ਦਿੱਤਾ ਹੈ। ਫਿਰ ਮੈਂ ਫਿਰ ਲਾਹੌਰ ਗਿਆ ਡਾਕਟਰ ਕੋਲ, ਉਹਨੇ ਵੀ ਜਵਾਬ ਦਿੱਤਾ ਹੈ। ਫਿਰ ਮੈਂ ਸਰਗੋਧੇ ਆਇਆ, ਅੱਛਾ ਜੀ। ਉਹਨੇ ਵੀ ਜਵਾਬ ਦਿੱਤਾ ਹੈ। ਫੈਸਲਾਬਾਦ ਆਇਆ, ਉਹ ਕਹਿੰਦੇ ਜਿਗਰ ਨਵਾਂ ਲੈ ਆਓ, ਅਸੀਂ ਪਾ ਦਿੰਦੇ ਹਾਂ। ਯਾਨੀ ਕਿ ਜਿਗਰ ਚੇਂਜ ਹੋਏਗਾ? ਹਾਂ, ਚੇਂਜ ਹੋਏਗਾ। ਅਤੇ ਮੇਰੇ ਕੋਲ ਤਾਂ ਇੰਨੇ ਪੈਸੇ ਨਹੀਂ ਆਏ ਸੀ, ਕਹਿੰਦੇ 1.5 ਕਰੋੜ ਦਾ ਜਿਗਰ ਆਉਂਦਾ। ਮੈਂ ਵਾਪਸ ਆ ਗਿਆ, ਮੈਨੂੰ ਤੁਹਾਡਾ ਪਤਾ ਲੱਗਾ ਨੈੱਟ 'ਤੇ, ਮੇਰਾ ਖਿਆਲ ਹੈ ਤੁਹਾਡੇ ਨਾਲ ਗੱਲ ਹੋਈ, ਤੁਸੀਂ ਕਿਹਾ ਜੀ ਅਲਹਮਦੁਲਿਲਾ ਆ ਜਾਓ। ਠੀਕ ਹੈ। ਅੱਜ ਮੈਂ ਦੁਨੀਆ ਦੇ ਸਾਹਮਣੇ ਬੈਠਾ, ਤੁਹਾਡੇ ਸਾਹਮਣੇ ਹੀ ਬੈਠਾ। اللہ تعالیٰ نے کرم فرمایا, ਤੁਹਾਡੀ ਮਾਰਫਤ شفا عطا فرمائی ہے। بھی شکر الحمدللہ۔ اور بہت میں اللہ کی ذات دا شکریہ، میرے کو لفظ کوئی نہیں میں شکر ادا کراں، اور ਤੁਹਾਡਾ بھی میں شکریہ ادا کرنا۔ ਠੀਕ ਹੈ। ਤੁਹਾਡੇ ਉਦੋਂ ਪੇਟ 'ਚ ਪਾਣੀ ਕਿੰਨਾ ਕੁ ਸੀ ਜਦੋਂ? ਪੇਟ ਮੇਰਾ ਇੰਨਾ ਸੀ ਕਿ ਇੱਕ ਮਟਕਾ ਹੁੰਦਾ ਬੰਦੇ ਦਾ। ਇੱਕ ਵਾਰੀ ਉਹਨਾਂ ਨੇ ਸਿਰਿੰਜ ਲਾਈ ਸੀ, ਬਾਕੀ ਦਵਾਈਆਂ ਹੀ ਦਿੰਦੇ ਸੀ, ਹੋਰ ਕੁਛ ਵੀ ਨਹੀਂ ਕਰਦੇ ਸੀ ਜਾਂ ਟੀਕੇ ਲਾਉਂਦੇ ਸੀ। ਤੁਹਾਡੇ ਕੋਲ ਜਦੋਂ ਆਇਆ ਉਸ ਤੋਂ ਬਾਅਦ ਇਹ 8 ਦਿਨਾਂ 'ਚ ਪਾਣੀ ਸਾਫ਼ ਹੋ ਗਿਆ, ਸੋਚ ਲੈ ਗਈ ਹੈ। ਡਾਕਟਰਾਂ ਨੇ ਕਿਹਾ ਕਿ ਹੁਣ ਗੁਰਦੇ ਡਾਇਲਿਸਿਸ ਕਰਨੇ ਨੇ, ਵਾਸ਼ ਕਰਨੇ ਨੇ, ਇਸ ਤੋਂ ਬਾਅਦ ਹੋਰ ਚਾਰਾ ਕੋਈ نہیں ਸਾਡੇ کو۔ سوری۔ السلام علیکم، میں ہوں حکیم حسیب احمد بھٹی، الحسیب دواخانہ کی طرف سے آپ کو خوش آمدید کہتا ہوں۔ ناظرین، آج ہم پیٹ پانی کے ایسے مریض کا انٹرویو کرنے جا رہے ہیں جو چند ماہ قبل پیٹ پانی کی بیماری میں مبتلا تھے، گردوں کی خرابی میں بھی مبتلا تھے، اور کسی طرح انہیں پتہ چلا کہ الحسیب دواخانہ اکاڑا میں ان کا پیٹ پانی کا علاج کرتا ہوں، اور الحمدللہ ان کا علاج کیا ہے، اور اب الحمدللہ یہ بالکل ٹھیک ہیں، اور ہم ان کے بقول سنتے ہیں مرض کی تمام تفصیل۔ جی السلام علیکم۔ وعلیکم السلام جی تہاڈا نام کی ہے؟ غلام مصطفیٰ۔ کہڑی جگہ تو آئے ہو؟ 487 گاہ بے مچھانی کا، فیصل آباد تو؟ فیصل آباد ਤੋਂ। ਠੀਕ ਹੈ ਜੀ। ਤੁਹਾਨੂੰ ਕੀ ਮਸਲਾ ਸੀ ਜੋ ਤੁਸੀਂ ਸਾਡੇ ਕੋਲ ਆਏ ਹੋ? ਜਦੋਂ ਮੈਂ ਡਾਕਟਰ ਕੋਲ ਗਿਆ, ਡਾਕਟਰ ਕਹਿੰਦਾ ਤੁਹਾਨੂੰ ਜੀ ਤੁਹਾਡੇ ਪੇਟ 'ਚ ਪਾਣੀ ਹੈ, ਅੱਛਾ ਜੀ। ਜਿਗਰ ਤੁਹਾਡਾ ਖਰਾਬ ਹੋ ਗਿਆ ਹੈ, ਅੱਛਾ ਜੀ। ਹੈਪੇਟਾਈਟਸ ਸੀ ਵੀ ਹੈ, ਠੀਕ ਹੈ। ਜਾਂ ਗੁਰਦੇ ਵੀ ਤੁਹਾਡੇ ਖਰਾਬ ਹੈ, ਠੀਕ ਹੈ। ਫੇਫੜੇ ਵੀ ਤੁਹਾਡੇ ਖਰਾਬ ਹੋ ਗਏ। ਅੱਛਾ ਜੀ। ਫਿਰ ਮੈਂ ਇੱਥੋਂ ਲਾਹੌਰ ਗਿਆ, ਲਾਹੌਰੋਂ ਇਲਾਜ ਕਰਾਇਆ, ਉਹਨਾਂ ਨੇ ਜਵਾਬ ਦਿੱਤਾ ਹੈ। ਫਿਰ ਮੈਂ ਫਿਰ ਲਾਹੌਰ ਗਿਆ ਡਾਕਟਰ ਕੋਲ, ਉਹਨੇ ਵੀ ਜਵਾਬ ਦਿੱਤਾ ਹੈ। ਫਿਰ ਮੈਂ ਸਰਗੋਧੇ ਆਇਆ, ਅੱਛਾ ਜੀ। ਉਹਨੇ ਵੀ ਜਵਾਬ ਦਿੱਤਾ ਹੈ। ਫੈਸਲਾਬਾਦ ਆਇਆ, ਉਹ ਕਹਿੰਦੇ ਜਿਗਰ ਨਵਾਂ ਲੈ ਆਓ, ਅਸੀਂ ਪਾ ਦਿੰਦੇ ਹਾਂ। ਅੱਛਾ, ਯਾਨੀ ਕਿ ਜਿਗਰ ਟ੍ਰਾਂਸਪਲਾਂਟ ਹੋਏਗਾ, ਉਹ ਚੇਂਜ ਹੋਏਗਾ? ਹਾਂ, ਚੇਂਜ ਹੋਏਗਾ। ਅਤੇ ਮੇਰੇ ਕੋਲ ਤਾਂ ਇੰਨੇ ਪੈਸੇ ਨਹੀਂ ਆਏ ਸੀ, ਕਹਿੰਦੇ 1.5 ਕਰੋੜ ਦਾ ਜਿਗਰ ਆਉਂਦਾ। ਮੈਂ ਵਾਪਸ ਆ ਗਿਆ, ਮੈਨੂੰ ਤੁਹਾਡਾ ਪਤਾ ਲੱਗਾ ਨੈੱਟ 'ਤੇ, ਮੇਰਾ ਖਿਆਲ ਹੈ ਤੁਹਾਡੇ ਨਾਲ ਗੱਲ ਹੋਈ, ਤੁਸੀਂ ਕਿਹਾ ਜੀ ਅਲਹਮਦੁਲਿਲਾ ਆ ਜਾਓ। ਠੀਕ ਹੈ। ਅੱਜ ਮੈਂ ਦੁਨੀਆ ਦੇ ਸਾਹਮਣੇ ਬੈਠਾ, ਤੁਹਾਡੇ ਸਾਹਮਣੇ ਹੀ ਬੈਠਾ। اللہ تعالیٰ نے کرم فرمایا, ਤੁਹਾਡੀ ਮਾਰਫਤ ਸ਼ਫਾ عطا ਫਰਮਾਈ ਹੈ। ਮਾਸ਼ਾਅੱਲਾ, ਬਹੁਤ ਖੁਸ਼ੀ ਦੀ, ਸਾਡੇ ਵਾਸਤੇ ਵੀ ਬਹੁਤ ਖੁਸ਼ੀ ਦੀ ਗੱਲ ਹੈ, ਅਤੇ ਤੁਹਾਡੇ ਵਾਸਤੇ ਵੀ ਸ਼ੁਕਰ ਅਲਹਮਦੁਲਿਲਾ। اور بہت میں اللہ کی ذات دا شکریہ، میرے کو لفظ کوئی نہیں میں شکر ادا کراں، اور ਤੁਹਾਡਾ بھی میں شکریہ ادا کرنا کہ ਤੁਸੀਂ ਮੇਰੇ ਸਾਹਮਣੇ ਬੈਠੇ ਹੋ۔ اللہ تعالیٰ نے مکمل شفا عطا فرمائی ہے۔ ਠੀਕ ਹੈ। ਤੁਹਾਡੇ ਉਦੋਂ ਪੇਟ 'ਚ ਪਾਣੀ ਕਿੰਨਾ ਕੁ ਸੀ ਜਦੋਂ? ਪੇਟ ਮੇਰਾ ਇੰਨਾ ਸੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਜਿਵੇਂ ਕਿ ਇੱਕ ਮਟਕਾ ਹੁੰਦਾ ਬੰਦੇ ਦਾ। ਪਾਣੀ ਨਿਕਾਲਦੇ ਸੀ ਹਸਪਤਾਲ? ਇੱਕ ਵਾਰੀ ਉਹਨਾਂ ਨੇ ਸਿਰਿੰਜ ਲਾਈ ਸੀ, ਬਾਕੀ ਦਵਾਈਆਂ ਹੀ ਦਿੰਦੇ ਸੀ, ਹੋਰ ਕੁਛ ਵੀ ਨਹੀਂ ਕਰਦੇ ਸੀ ਜਾਂ ਟੀਕੇ ਲਾਉਂਦੇ ਸੀ। ਤੁਹਾਡੇ ਕੋਲ ਜਦੋਂ ਆਇਆ ਉਸ ਤੋਂ ਬਾਅਦ ਇਹ 8 ਦਿਨਾਂ 'ਚ ਪਾਣੀ ਸਾਫ਼ ਹੋ ਗਿਆ, ਸੋਚ ਲੈ ਗਈ ਹੈ। ਅੱਜ ਅੱਲਾ ਦਾ ਸ਼ੁਕਰ ਹੈ, ਮੈਂ ਸਭ ਦੇ ਸਾਹਮਣੇ ਬੈਠਾ ਔਰ ਠੀਕ ਠਾਕ ਬੈਠਾ। ਠੀਕ ਹੈ ਜੀ। ਅਤੇ ਗੁਰਦਿਆਂ ਦਾ ਮਸਲਾ ਵੀ ਸੀ, ਗੁਰਦੇ ਯਾਨੀ ਕਿ ਬਹੁਤ ਜ਼ਿਆਦਾ ਖਰਾਬ ਹੋ ਗਏ ਸੀ? ਗੁਰਦੇ ਇੱਥੋਂ ਤੱਕ ਪਹੁੰਚ ਗਏ ਸੀ ਜਿੱਥੇ ਕਿ ਵਾਸ਼ ਹੋਣ ਦਾ ਮਕਾਮ ਹੁੰਦਾ ਹੈ। ਠੀਕ ਹੈ। ਡਾਕਟਰਾਂ ਨੇ ਕਿਹਾ ਕਿ ਹੁਣ ਗੁਰਦੇ ਡਾਇਲਿਸਿਸ ਕਰਨੇ ਨੇ, ਵਾਸ਼ ਕਰਨੇ ਨੇ, ਇਸ ਤੋਂ ਬਾਅਦ ਹੋਰ ਚਾਰਾ ਕੋਈ ਨਹੀਂ ਸਾਡੇ ਕੋਲ। ਫਿਰ ਮੈਂ ਉੱਥੋਂ ਛੁੱਟੀ ਕਰਕੇ ਵਾਪਸ ਆ ਗਿਆ ਸੀ। ਉਹਨਾਂ ਨੇ ਮੈਨੂੰ 2-2 4-4 ਦਿਨ ਵੀ ਦਾਖਲ ਰੱਖਿਆ, 50-50 ਹਜ਼ਾਰ ਰੁਪਈਆ ਵੀ ਲਿਆ ਮੇਰੇ ਕੋਲੋਂ, ਲੇਕਿਨ ਮੈਨੂੰ ਸ਼ਫਾ ਨਹੀਂ ਹੋਈ। ਠੀਕ ਹੈ। ਸ਼ਫਾ اللہ تعالیٰ نے ਮੈਨੂੰ ਇੱਥੋਂ ਦਿੱਤੀ ਹੈ, الحسیب ਦਵਾਖਾਨੇ ਵਾਲਿਆਂ ਕੋਲੋਂ। ਅੱਲਾ ਇਹਨਾਂ ਨੂੰ ਖੁਸ਼ ਰੱਖੇ। ਆਮੀਨ। ਅਤੇ ਤੁਹਾਨੂੰ ਮਰਜ਼ ਆਪਣੇ ਇਲਾਜ ਦੇ ਵਿੱਚ ਕੋਈ ਤਕਲੀਫ, ਕੋਈ ਮਸਲਾ, ਪਰੇਸ਼ਾਨੀ? ਕੋਈ ਤਕਲੀਫ ਨਹੀਂ ਹੋਈ। ਜਿਸ ਤਰ੍ਹਾਂ ਮੈਂ ਦਵਾਈ ਖਾਂਦਾ ਗਿਆ, اللہ تعالیٰ ਦੀ ਰਹਿਮਤ ਹੁੰਦੀ ਚਲੀ ਗਈ। ਅੱਜ ਮੈਂ ਸਾਰਿਆਂ ਦੇ ਸਾਹਮਣੇ ਬੈਠਾ। ਅੱਛਾ, ਹੁਣ ਆਪਾਂ ਦਵਾਈ ਖਾ ਰਹੇ ਜੀ? ਨਹੀਂ, ਬਿਲਕੁਲ ਨਹੀਂ ਦਵਾਈ ਖਾ ਰਹੇ। ਮਾਸ਼ਾਅੱਲਾ, ਦਵਾਈ ਦੀ ਜ਼ਰੂਰਤ ਵੀ ਨਹੀਂ ਹੈ, ਸਿਰਫ ਹਲਕੀ ਫੁਲਕੀ ਮਿਹਦੇ ਦੀ ਦਵਾਈ ਖਾ میرے واسطے کدے قبض واسطے کھا لینے ਹਾਂ। ਅਦਰਵਾਈਜ਼ ਮਾਸ਼ਾਅੱਲਾ ਜ਼ਰੂਰਤ ਨਹੀਂ ਹੈ، ਪਾਉ ਤੇ ਸੋਜ਼ਸ਼ ਵੀ ਨਹੀਂ ਹੈ کچھ بھی نہیں۔ ਤੇ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ؟ میں پیغام دینا چاہنا کہ جو کوئی میرا بہن بھائی بیمار ہے نا، وہ ਤੁਹਾਡੇ ਨਾਲ رابطہ کرے آ کے الحسیب دواخانے والے،
اور صحیح مشورہ ملے گا، صحیح دوائی ملے گی اور انشاءاللہ صحیح علاج ہوئے گا. شفا اللہ تعالیٰ کو ہے، اللہ تعالیٰ شفا ضرور دے گا. بے شک انشاءاللہ. یہ میری دعا بھی ہے. تو ناظرین ویڈیو بنانے کا مقصد یہ ہے کہ پاکستان میں بہت زیادہ تعداد ہے مریضوں کی جو پیٹ پانی میں مبتلا ہو رہے ہیں، جگر کا کینسر، ہیپاٹائٹس، گردوں کی خرابی، تو اور ان کا علاج بھی صحیح طرح سے نہیں ہو پا رہا. اگر تو آپ کا علاج، اگر آپ کا کوئی جاننے والا اس مرض میں مبتلا ہے، ان کا علاج تو ٹھیک ہو رہا ہے، پھر تو صحیح ہے، کوئی بات نہیں الحمدللہ. لیکن اگر انہیں علاج کے دوران کوئی مسئلہ پریشانی محسوس ہو رہی ہے تو وہ مجھ سے رابطہ کر سکتے ہیں اور انشاءاللہ مکمل طور پہ رہنمائی سے آگاہ کیا جائے گا. سو ٹیک اٹ. اللہ حافظ.